ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਅੱਜ ਆਪਾਂ ਆਪਣੀ ਪ੍ਰਤਾਪੀ ਸੀਰੀਜ਼ ਨੂੰ ਕੰਟੀਨਿਊ ਕਰਾਂਗੇ ਬਾਈ। ਤੇ ਅੱਜ ਆਪਣਾ ਹੈਗਾ ਆ 30ਵਾਂ ਪਾਰਟ। ਠੀਕ ਹੈ, ਅੱਜ ਆਪਾਂ ਆਪਣੀ ਪ੍ਰਤਾਪੀ ਸੀਰੀਜ਼ ਦਾ 30ਵਾਂ ਲੈਕਚਰ 30ਵੀਂ ਕਲਾਸ ਕਰਾਂਗੇ। ਤੇ ਜੋ ਵੀ ਸਟੂਡੈਂਟ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਆ, ਸਿੰਪਲ ਜੀ ਗੱਲ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ। ਠੀਕ ਹੈ, ਤੇ ਆਪਣੀ ਇਹ ਜਿਹੜੀ MCQ ਸੀਰੀਜ਼ ਹੈਗੀ ਆ, ਇਹਦੇ ਚ ਆਪਾਂ ਡੇਲੀ 30 GK ਦੇ ਕੁਐਸਚਨ ਓਵਰਆਲ GK ਦੇ ਹੁੰਦੇ ਆ, ਜਿਹੜੇ ਮਿਕਸ ਕੁਐਸਚਨ ਹੁੰਦੇ ਆ, ਉਹਨਾਂ ਨੂੰ ਡਿਸਕਸ ਕਰਦੇ ਆ। ਇੱਕ ਤਰ੍ਹਾਂ ਦਾ ਮੌਕ ਟੈਸਟ ਹੁੰਦਾ ਹੈ। ਠੀਕ ਹੈ, ਜ਼ਿਆਦਾ ਡਿਟੇਲ 'ਚ ਨਹੀਂ ਜਾਂਦੇ, ਜ਼ਿਆਦਾ ਐਕਸਪਲੇਨੇਸ਼ਨ ਨਹੀਂ ਕਰਦੇ ਆਪਾਂ, ਜਸਟ ਇੱਕ ਤੁਹਾਡੀ ਤਿਆਰੀ ਦਾ ਲੈਵਲ ਚੈੱਕ ਕਰਨਾ ਹੁੰਦਾ ਹੈ। ਠੀਕ ਹੈ, ਜਿਹੜਾ ਕਿ ਤੁਹਾਨੂੰ ਆਉਣ ਵਾਲੇ ਪੇਪਰਾਂ ਦੇ ਵਿੱਚ ਹੈਲਪ ਕਰੇਗਾ। ਜਿਹੜੇ ਅੱਗੇ ਆਉਣ ਵਾਲੇ 4-5 ਪੇਪਰ ਹੈਗੇ ਆ, ਜਿਵੇਂ SSB ਕਲਰਕ ਦਾ ਹੋ ਗਿਆ, ਪੰਜਾਬ ਪੁਲਿਸ ਦਾ ਹੋ ਗਿਆ, ਗ੍ਰਾਮ ਸੇਵਕ ਵੀਡੀਓ ਹੋ ਗਿਆ, ਈਵਨ ਚੰਡੀਗੜ੍ਹ ਪੁਲਿਸ ਹੋ ਗਿਆ, ਨਾਲੇ ਫਾਇਰਮੈਨ ਹੋ ਗਿਆ ਪੰਜਾਬ ਦਾ। ਠੀਕ ਹੈ, ਚਲੋ ਜੀ ਫਿਰ ਆਪਾਂ ਕੁਐਸਚਨ ਤੋਂ ਸਟਾਰਟ ਕਰਦੇ ਹਾਂ। ਤੇ ਐਂਡ ਦੇ ਵਿੱਚ ਤੁਸੀਂ ਜਿੰਨੇ ਵੀ ਤੁਹਾਡੇ 30 ਦੇ ਵਿੱਚੋਂ ਮਾਰਕਸ ਬਣਦੇ ਆ, ਉਹ ਜ਼ਰੂਰ ਕਮੈਂਟ ਕਰਕੇ ਦੱਸਣਾ ਹੈ ਸਾਰਿਆਂ ਨੇ ਕਿ ਸਰ ਮੇਰੇ ਇੰਨੇ ਮਾਰਕਸ ਬਣਦੇ ਆ। ਠੀਕ ਹੈ, ਚਲੋ ਫਿਰ ਹਾਂਜੀ, ਪਹਿਲਾ ਕੁਐਸਚਨ ਆਪਣਾ ਕੀ ਹੈ। 2011 ਦੀ ਜਨਗਣਨਾ ਦੇ ਅਨੁਸਾਰ ਹੇਠਾਂ ਦਿੱਤੇ ਰਾਜਾਂ ਜਾਂ ਯੂਟੀਆਂ ਵਿੱਚੋਂ ਕਿਸ ਦੀ ਜਿਹੜੀ ਸਾਖਰਤਾ ਦਰ ਹੈ, ਜਿਹੜੀ ਲਿਟਰੇਸੀ ਰੇਟ ਹੁੰਦਾ ਹੈ, ਠੀਕ ਹੈ, ਉਹ 90% ਤੋਂ ਵੱਧ ਹੈ। ਠੀਕ ਹੈ, ਦੇਖੋ ਆਪਾਂ ਨੂੰ ਸਿੰਪਲ ਜੀ ਗੱਲ ਹੈ, ਆਪਾਂ ਨੂੰ ਪਤਾ ਵੀ ਆਪਣੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਸਾਖਰਤਾ ਦਰ ਕਿਹਨਾਂ ਦੀ ਹੈ, ਸਭ ਤੋਂ ਵਧੀਆ ਲਿਟਰੇਸੀ ਰੇਟ ਕਿਹਨਾਂ ਦਾ ਹੈ ਬਾਈ? ਕੇਰਲ ਵਾਲਿਆਂ ਦਾ ਹੈ। ਕਿਹਨਾਂ ਦਾ ਹੈ? ਕੇਰਲ ਦਾ। ਕੇਰਲ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਮਿਲਦੇ ਆ, ਤਾਂ ਸਭ ਤੋਂ ਜ਼ਿਆਦਾ ਕੇਰਲ ਦਾ ਹੋ ਗਿਆ ਤੇ ਸਭ ਤੋਂ ਘੱਟ ਬਿਹਾਰ ਦਾ। ਇਹਦਾ ਦੋ ਬੇਸਿਕ ਜੀ ਗੱਲ ਹੈ, ਜਿਹੜੀ ਆਮ ਮਤਲਬ ਇੱਕ ਤਿਆਰੀ ਕਰਨ ਵਾਲੇ ਕੈਂਡੀਡੇਟ ਨੂੰ ਪਤਾ ਹੀ ਹੁੰਦੀ ਹੈ। ਅੱਜ ਕੱਲ੍ਹ ਕੁਐਸਚਨਾਂ ਦਾ ਟ੍ਰੈਂਡ ਇਹੋ ਜਿਹਾ ਹੈ ਕਿ 90 ਤੋਂ ਵੱਧ ਕਿਹੜੇ ਕਿਹੜੇ ਸੀਗੇ। ਠੀਕ ਹੈ ਨਾ, ਤਾਂ 90 ਤੋਂ ਵੱਧ ਕੇਰਲ ਤਾਂ ਹੋ ਹੀ ਗਿਆ। ਤੇ ਇੱਥੇ ਜੇ ਬਾਈ ਆਪਸ਼ਨ ਆਪਾਂ ਦੇਖਦੇ ਹਾਂ ਤਾਂ ਇੱਥੇ ਮਿਜ਼ੋਰਮ ਆਏਗਾ। ਕੇਰਲ ਤੋਂ ਬਾਅਦ ਨੰਬਰ ਕਿਹਨਾਂ ਦਾ ਬਾਈ? ਮਿਜ਼ੋਰਮ ਵਾਲਿਆਂ ਦਾ। ਠੀਕ ਹੈ, ਓਕੇ, ਠੀਕ ਹੈ, ਚਲੋ ਅੱਗੇ ਆਓ ਫਿਰ। ਗੋਰੀਚੇਨ ਸਿਖਰ ਇਹ ਕਿਹੜੀ ਸਟੇਟ ਦੇ ਵਿੱਚ ਹੈ? ਗੋਰੀਚੇਨ ਜਾਂ ਗੋਰੀਚੇਨ ਪੀਕ। ਠੀਕ ਹੈ ਜੀ, ਇੱਕ ਪਰਬਤ ਹੈ, ਇੱਕ ਚੋਟੀ ਹੈ। ਕਿੱਥੇ ਮਿਲੂਗੀ ਆਪਾਂ ਨੂੰ? ਤਾਂ ਗੋਰੀਚੇਨ ਮਿਲੂਗੀ ਬਈ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਕਿੱਥੇ? ਅਰੁਣਾਚਲ, ਇਹ ਹੈਗਾ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਮਿਲਦਾ ਹੈ ਗੋਰੀਚੇਨ ਸਿਖਰ, ਗੋਰੀਚੇਨ ਪਰਬਤ। ਤਾਂ ਯਾਦ ਰੱਖਣਾ ਹੈ, ਇੰਪੋਰਟੈਂਟ ਹੈ। ਓਕੇ, ਦੋ ਕੁਐਸਚਨ ਆਪਣੇ ਹੋ ਗਏ। ਨਾਲ ਦੀ ਨਾਲ ਨੋਟ ਕਰੇ ਜਾਣਾ ਵੀ ਸਾਰਿਆਂ ਨੇ, ਐਂਡ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿੰਨੇ ਠੀਕ ਹੋਏ ਹੈ। ਲਿਓ ਜੀ, ਪੋਲਿਟੀ ਤੋਂ ਕੁਐਸਚਨ ਆ ਗਿਆ। ਠੀਕ ਹੈ, ਤੇ ਗਲਤ ਤਾਂ ਨਹੀਂ ਹੋਣਾ ਚਾਹੀਦਾ ਕਿਸੇ ਦਾ, ਕਿਉਂਕਿ ਪੋਲਿਟੀ ਆਪਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਰਾਈ ਹੈ ਤੁਹਾਨੂੰ, ਤੇ ਤੁਸੀਂ ਵੀ ਬਹੁਤ ਮਨ ਲਾ ਕੇ ਪੋਲਿਟੀ ਕਰੀ ਹੈ। ਠੀਕ ਹੈ, ਜਿਨ੍ਹਾਂ ਬੱਚਿਆਂ ਨੇ ਨਹੀਂ ਕਰੀ ਵੀ, ਜਿਹੜੇ ਬੱਚੇ ਬਾਅਦ 'ਚ ਜੁੜੇ ਆ, ਤਾਂ ਆਪਣੇ ਚੈਨਲ ਦੇ ਉੱਤੇ ਜਾਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੇ ਤੁਹਾਨੂੰ ਪਲੇਲਿਸਟਾਂ ਦੇ ਵਿੱਚ ਦੋ ਪਲੇਲਿਸਟਾਂ ਮਿਲਣਗੀਆਂ। ਇੱਕ ਹੋਏਗੀ 1500 ਪਲੱਸ ਪੋਲਿਟੀ MCQ। ਠੀਕ ਹੈ, ਇੱਥੇ MCQ ਦੀ ਪ੍ਰੈਕਟਿਸ ਹੋ ਜਾਏਗੀ ਤੁਹਾਡੀ। ਇੱਕ ਪੰਜਾਬੀ ਦੇ ਵਿੱਚ ਲਿਖਿਆ ਹੋਏਗਾ ਸੰਵਿਧਾਨ। ਬਸ ਇੱਥੇ ਥਿਓਰੀ ਵਾਈਜ਼ ਕਰਾਇਆ ਹੋਇਆ ਮੈਂ, ਇੱਥੇ MCQ ਕਰਾਏ ਹੋਏ ਆ। ਇਹ ਕਲਾਸਾਂ ਕਰ ਲਿਓ, ਬਸ ਪੋਲਿਟੀ ਤੁਹਾਡੀ ਡਨ। ਠੀਕ ਹੈ, ਟੈਨਸ਼ਨ ਫਰੀ ਹੋ ਕੇ ਕਿਸੇ ਵੀ ਪੇਪਰ 'ਚ ਬੈਠ ਜਾਓ, ਪੰਜਾਬ ਦੇ ਪੋਲਿਟੀ ਦੇ ਕੁਐਸਚਨ ਕਵਰ ਹੋ ਜਾਣਗੇ। ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ, ਕੋਈ ਵੀ, ਦੂਰ ਦੂਰ ਤੱਕ। ਓਕੇ ਭਾਈ, ਚਲੋ ਫਿਰ ਹੇਠਾਂ ਦਿੱਤੇ ਸੰਵਿਧਾਨਿਕ ਸੋਧ ਐਕਟਾਂ ਵਿੱਚੋਂ ਕਿਹੜੇ ਨੇ ਸੰਵਿਧਾਨ ਵਿੱਚ ਟ੍ਰਿਬਿਊਨਲਾਂ ਉੱਤੇ ਨਵਾਂ ਭਾਗ ਜੋੜਿਆ ਬਈ? ਭਾਗ ਹੈਗਾ ਆ 14A। ਕਿਹੜਾ ਭਾਗ ਹੈ? ਭਾਗ 14A ਨੂੰ ਜੋੜਿਆ ਬਈ। ਠੀਕ ਹੈ, ਭਾਗ 14A ਦਾ ਨਾਮ ਕੀ ਹੈਗਾ ਜੀ? ਟ੍ਰਿਬਿਊਨਲ। ਕਿਹੜੇ ਸੰਵਿਧਾਨਿਕ ਸੋਧ ਦੇ ਤਹਿਤ ਨਵਾਂ ਭਾਗ ਜੋੜਿਆ ਗਿਆ? ਭਾਗ 14A। ਤੇ ਭਾਗ 14A ਕੀ ਹੈ? ਟ੍ਰਿਬਿਊਨਲ ਹੈ। ਆ ਗਿਆ ਹੁਣ ਆਨਸਰ ਸਾਰਿਆਂ ਦਾ? ਬਿਲਕੁਲ। ਜਿਹੜਾ ਮਿੰਨੀ ਕਨਸਟੀਟਿਊਸ਼ਨ ਹੈ, ਮਿੰਨੀ ਕਨਸਟੀਟਿਊਸ਼ਨ ਮਤਲਬ ਲਘੂ ਸੰਵਿਧਾਨ ਕਿਹਾ ਜਾਂਦਾ ਇਸ ਸੰਸ਼ੋਧਨ ਨੂੰ। 42ਵੀਂ ਸੰਸ਼ੋਧਨ ਸੀਗੀ 1976 ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਨੇ ਇਸ ਸੰਸ਼ੋਧਨ ਨੂੰ ਕਰਿਆ। ਠੀਕ ਹੈ, ਬਹੁਤ ਕੁਝ ਬਦਲਿਆ ਗਿਆ। ਇੱਕ ਤਰ੍ਹਾਂ ਨਾਲ ਕਿਹਾ ਜਾਂਦਾ ਕਿ ਇੰਦਰਾ ਗਾਂਧੀ ਨੇ ਇੱਕ ਛੋਟਾ ਜਿਹਾ ਸੰਵਿਧਾਨ ਹੀ ਜੋੜਤਾ ਵਿੱਚ, ਇਸ ਕਰਕੇ ਇਸ ਸੰਸ਼ੋਧਨ ਨੂੰ ਮਿੰਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਮਿੰਨੀ ਕਨਸਟੀਟਿਊਸ਼ਨ। ਠੀਕ ਹੈ ਨਾ, ਬਿਲਕੁਲ ਸਿੰਪਲ ਜੀ ਗੱਲਾਂ ਹੈ। ਚਲੋ ਅੱਗੇ ਆਓ। ਹਾਂਜੀ, ਇਨਕਲੂਸਿਵ ਇੰਟਰਨੈਟ ਇੰਡੈਕਸ ਮਤਲਬ ਸੂਚਕਾਂਕ, ਰੈਂਕ ਵਗੈਰਾ ਜਾਰੀ ਹੁੰਦੇ ਆ ਕਿ ਇਹ ਦੇਸੀ ਰੈਂਕ ਤੇ ਹੈ, ਇਹ ਦੇਸੀ ਰੈਂਕ ਤੇ ਹੈ, ਹਨਾ, ਇਦਾਂ ਕਰਕੇ। ਤਾਂ ਇਹ ਇੰਡੈਕਸ ਹੈ ਜਿਹੜਾ ਇਨਕਲੂਸਿਵ ਇੰਟਰਨੈਟ ਇੰਡੈਕਸ, ਇਹ ਕਿਹੜੀ ਸੰਸਥਾ ਦੁਆਰਾ ਜਾਰੀ ਕਰਿਆ ਜਾਂਦਾ ਹੈ? ਤਾਂ ਇਸ ਇੰਡੈਕਸ ਨੂੰ ਜਾਰੀ ਕਰਦੀ ਹੈ ਇਕਨੋਮਿਸਟ ਇੰਟੈਲੀਜੈਂਸ ਯੂਨਿਟ। ਠੀਕ ਹੈ, ਯਾਦ ਰੱਖਣਾ ਹੈ, ਇਕਨੋਮਿਸਟ ਇੰਟੈਲੀਜੈਂਸ ਯੂਨਿਟ ਇਸ ਇੰਡੈਕਸ ਨੂੰ ਜਾਰੀ ਕਰਦੀ ਹੈ। ਸੁਪਰ ਇੰਪੋਰਟੈਂਟ ਕੁਐਸਚਨ। ਓਕੇ ਭਾਈ,
ਚਲੋ ਫਿਰ ਅੱਗੇ ਆਓ। ਨੰਦਾ ਦੇਵੀ ਬਾਇਓਸਫੀਅਰ ਰਿਜ਼ਰਵ ਇਹ ਹੇਠ ਲਿਖੇ ਭਾਰਤੀ ਰਾਜਾਂ ਵਿੱਚੋਂ ਕਿਸ ਵਿੱਚ ਸਥਿਤ ਹੈ? ਨੰਦਾ ਦੇਵੀ ਬਾਇਓਸਫੀਅਰ ਰਿਜ਼ਰਵ ਜਾਂ ਨੰਦਾ ਦੇਵੀ ਦੇ ਨਾਂ ਤੋਂ ਕੁਝ ਵੀ ਪੁੱਛਣ, ਨੰਦਾ ਦੇਵੀ ਪੀਕ ਕਿੱਥੇ ਹੈ, ਨੰਦਾ ਦੇਵੀ ਪਹਾੜ, ਪਰਬਤ, ਚੋਟੀ, ਕੁਝ ਵੀ ਪੁੱਛਣ, ਆਨਸਰ ਇੱਕ ਹੋਏਗਾ ਉੱਤਰਾਖੰਡ। ਠੀਕ ਹੈ, ਉੱਤਰਾਖੰਡ ਦੇ ਵਿੱਚ ਮਿਲਦਾ ਹੈ ਨੰਦਾ ਦੇਵੀ। ਠੀਕ ਹੈ ਜੀ, ਚਲੋ ਜੀ। ਹਾਂਜੀ, ਭਾਰਤੀ ਸੰਵਿਧਾਨ ਅਨੁਸਾਰ ਹਾਈ ਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ ਕਿੰਨੀ ਹੈ? ਤਾਂ ਹਾਈ ਕੋਰਟ ਦੇ ਜੱਜ ਜਿਹੜੇ ਹੈਗੇ ਆ, ਪਹਿਲੀ ਗੱਲ ਤਾਂ ਅਜਿਹੇ ਕੁਐਸਚਨ ਜਦੋਂ ਆਉਂਦੇ ਆ ਧਿਆਨ ਨਾਲ ਦੇਖਣੇ ਹੁੰਦੇ ਆ, ਕਿਉਂਕਿ ਕਈ ਵਾਰ ਜਲਦਬਾਜ਼ੀ ਦੇ ਵਿੱਚ ਆਪਾਂ ਗਲਤ ਕਰਦੇ ਆ। ਹਾਈ ਕੋਰਟ ਦੀ ਥਾਂ ਤੇ ਕਈ ਵਾਰ ਮਾਈਂਡ 'ਚ ਸੁਪਰੀਮ ਕੋਰਟ ਘੁੰਮਦਾ ਹੁੰਦਾ ਤਾਂ ਆਪਾਂ 65 ਕਰ ਦਿੰਦੇ ਆ। ਤਾਂ ਯਾਦ ਰੱਖਣਾ, ਜੇ ਸੁਪਰੀਮ ਕੋਰਟ ਪੁੱਛਦੇ ਆ ਤਾਂ 65 ਹੋ ਜਾਂਦਾ, ਜੇ ਹਾਈ ਕੋਰਟ ਪੁੱਛਦੇ ਆ ਤਾਂ 62। ਹਾਈ ਕੋਰਟ ਦਾ 62 ਹੋ ਗਿਆ, ਸੁਪਰੀਮ ਕੋਰਟ ਦਾ 65 ਹੋ ਗਿਆ ਬਈ, ਸੁਪਰੀਮ ਕੋਰਟ ਦਾ 65 ਹੋ ਗਿਆ। ਓਕੇ, ਯਾਦ ਰੱਖਣਾ ਕਦੇ ਵੀ ਸੌਖੇ ਕੁਐਸਚਨ ਨੂੰ ਦੇਖ ਕੇ ਖੁਸ਼ ਹੋ ਕੇ ਜਲਦਬਾਜ਼ੀ ਦੇ ਵਿੱਚ ਉਹਨੂੰ ਗਲਤ ਨਹੀਂ ਕਰਨਾ। ਬਹੁਤ ਜਿਹੇ ਸਟੂਡੈਂਟ ਕਰ ਦਿੰਦੇ। ਨੈਕਸਟ, ਕਿਸ ਸੰਵਿਧਾਨਿਕ ਸੋਧ ਐਕਟ ਨੇ VOTING ਦੀ ਜਿਹੜੀ ਉਮਰ ਹੈ ਉਹਨੂੰ 21 ਤੋਂ ਘਟਾ ਕੇ 18 ਸਾਲ ਕਰਿਆ? ਠੀਕ ਹੈ, VOTING ਦੀ ਜਿਹੜੀ ਏਜ ਹੈ ਉਹਨੂੰ 21 ਤੋਂ ਘਟਾ ਕੇ 18 ਕਰਤਾ। ਇਹ ਕਿਹਦੇ ਕਹਿਣ ਤੇ ਕਰਿਆ? ਇਹ KT ਕਮੇਟੀ ਦੇ ਕਹਿਣ ਤੇ ਕਰਿਆ। ਉਸ ਕਮੇਟੀ ਦਾ ਨਾਮ ਵੀ ਯਾਦ ਰੱਖਣਾ ਹੈ, ਉਹ ਕਮੇਟੀ ਹੈਗੀ ਹੈ ਜੀ ਤਾਰਕੁੰਡੇ ਕਮੇਟੀ। ਤਾਰਕੁੰਡੇ ਕਮੇਟੀ। ਠੀਕ ਹੈ, ਤਾਰਕੁੰਡੇ ਕਮੇਟੀ ਦੇ ਕਹਿਣ ਤੇ ਕਰਿਆ ਸੀਗਾ ਬਈ। ਇਸੇ ਕਮੇਟੀ ਦੇ ਕਹਿਣ ਤੇ, ਤਾਰਕੁੰਡੇ ਕਮੇਟੀ ਦੇ ਕਹਿਣ ਤੇ ਜਿਹੜਾ ਆਪਣਾ ਚੁਣਾਵ ਆਯੋਗ ਹੈਗਾ ਆ ਹਨਾ, ਉਹਦਾ ਇੱਕ ਚੇਅਰਮੈਨ ਹੁੰਦਾ ਸੀਗਾ। ਹੁਣ ਇਹਨੇ ਕਿੰਨੇ ਕਰੇ ਆ? 3 ਕਰਤੇ। ਪਹਿਲਾਂ ਇੱਕ ਹੁੰਦਾ ਸੀ, ਹੁਣ ਕਿੰਨੇ ਕਰਤੇ? 2 ਇਹਦੇ ਨਾਲ ਹੋਰ ਐਡ ਹੋ ਗਏ। ਤੇ ਜਿਹੜਾ ਪਹਿਲੇ ਵਾਲਾ ਸੀਗਾ ਇਹਨੂੰ ਕਿਹਾ ਚੀਫ ਇਲੈਕਸ਼ਨ ਕਮਿਸ਼ਨਰ। ਠੀਕ ਹੈ, ਇਹ ਸਾਰਾ ਕੁਝ ਤਾਰਕੁੰਡੇ ਕਮੇਟੀ ਦੇ ਕਹਿਣ ਤੇ ਹੋਇਆ ਸੀਗਾ। ਕਿਹੜੇ ਸੰਸ਼ੋਧਨ ਦੀ ਗੱਲ ਹੈ? ਇਹ ਹੈਗਾ ਜੀ 61ਵਾਂ ਸੰਸ਼ੋਧਨ 1988। 61ਵਾਂ ਸੰਸ਼ੋਧਨ 1988। ਆਈ ਹੋਪ ਕੁਐਸਚਨ ਤੁਹਾਡਾ ਸਹੀ ਹੋਏਗਾ, ਕਿਉਂਕਿ ਪੋਲਿਟੀ ਦੇ ਵਿੱਚ ਜਦੋਂ ਆਪਾਂ ਨੇ ਪ੍ਰੈਕਟਿਸ ਕਰੀ ਹੈ ਇਹ ਕੁਐਸਚਨ ਨੂੰ ਬਹੁਤ ਵਾਰ ਕਰਿਆ ਆਪਾਂ ਨੇ। ਹਾਂਜੀ, ਸਾਇੰਸ ਤੋਂ ਕੁਐਸਚਨ ਹੈ, ਮੈਗਨੀਸ਼ੀਆ ਦਾ ਦੁੱਧ, ਇਹਨੂੰ ਜੇ ਆਪਾਂ ਪੰਜਾਬੀ ਚ ਅੰਗਰੇਜ਼ੀ ਚ ਵੀ ਯਾਦ ਰੱਖਾਂਗੇ, ਮਿਲਕ ਆਫ ਮੈਗਨੀਸ਼ੀਆ। ਠੀਕ ਹੈ, ਮਿਲਕ ਆਫ ਮੈਗਨੀਸ਼ੀਆ, ਤੇ ਤੁਸੀਂ ਵੀ ਪੰਜਾਬੀ ਚ ਇਹਨੂੰ ਇਦਾਂ ਹੀ ਲਿਖਿਓ, ਮਿਲਕ ਆਫ ਮੈਗਨੀਸ਼ੀਆ, ਮਿਲਕ ਆਫ ਮੈਗਨੀਸ਼ੀਆ। ਠੀਕ ਹੈ, ਇਹਦਾ ਮੇਨ ਕੰਪੋਨੈਂਟ ਕਿਹੜਾ ਹੁੰਦਾ ਹੈ? ਮੇਨ ਬੇਸ ਕੰਪੋਨੈਂਟ ਕਿਹੜਾ ਹੈ? ਬਸ ਕੁਐਸਚਨ ਇੱਥੇ ਹੀ ਖਤਮ ਹੋ ਗਿਆ, ਅੱਗੇ ਛੱਡ ਦਿਓ। ਇਹਨੂੰ ਕਿੱਥੇ ਵਰਤਿਆ ਜਾਂਦਾ ਹੈ ਰੇਚਕ ਦੇ ਤੌਰ ਤੇ, ਉਹ ਛੱਡੋ, ਮੈਂ ਤੁਹਾਨੂੰ ਇਹਦੇ ਯੂਜ਼ ਦੱਸਦਾ। ਮਿਲਕ ਆਫ ਮੈਗਨੀਸ਼ੀਆ ਦੇ ਵਿੱਚ ਹੁੰਦਾ ਕੀ ਚੀਜ਼ ਹੈ? ਦੇਖੋ, ਮਿਲਕ ਆਫ ਮੈਗਨੀਸ਼ੀਆ ਜਿਹੜੀ ਐਸਿਡਿਟੀ ਦੀ ਦਵਾਈਆਂ ਹੁੰਦੀਆਂ ਨਾ, ਠੀਕ ਹੈ, ਜਿਹੜੀ ਤੁਸੀਂ ਐਸਿਡਿਟੀ ਦੀ ਦਵਾਈਆਂ ਲੈਂਦੇ ਹੋ ਉਹਨਾਂ ਸਾਰਿਆਂ ਦੇ ਵਿੱਚ ਮਿਲਕ ਆਫ ਮੈਗਨੀਸ਼ੀਆ ਯੂਜ਼ ਕਰਿਆ ਜਾਂਦਾ ਹੈ। ਠੀਕ ਹੈ, ਓਕੇ। ਤੇ ਮਿਲਕ ਆਫ ਮੈਗਨੀਸ਼ੀਆ ਦੇ ਵਿੱਚ ਹੁੰਦਾ ਮੈਗਨੀਸ਼ੀਅਮ ਹਾਈਡਰੋਕਸਾਈਡ। ਬਹੁਤ ਘੈਂਟ ਕੁਐਸਚਨ ਹੈ, ਯਾਦ ਰੱਖੋ। ਠੀਕ ਹੈ, ਸੋ ਸਾਇੰਸ ਦੇ ਕੁਐਸਚਨ ਜੇ ਪੁੱਛੇ ਜਾਂਦੇ ਤਾਂ ਉਹਨਾਂ ਦੇ ਵਿੱਚੋਂ ਮਤਲਬ ਅਜਿਹੇ ਕੁਐਸਚਨ ਆਉਣ ਦੇ ਚਾਂਸ ਵੀ ਹੁੰਦੇ ਆ। ਠੀਕ ਹੈ, ਤਾਂ ਮਿਲਕ ਆਫ ਮੈਗਨੀਸ਼ੀਆ ਜਿਹੜੀ ਵੀ ਆਪਣੀ ਐਸਿਡਿਟੀ ਦੀ ਦਵਾਈਆਂ ਹੁੰਦੀਆਂ ਲਿਕਵਿਡ ਵਾਲੀ, ਉਹਨਾਂ ਦੇ ਵਿੱਚ ਮਿਲਕ ਆਫ ਮੈਗਨੀਸ਼ੀਆ ਦਾ ਯੂਜ਼ ਕਰਿਆ ਜਾਂਦਾ ਹੈ। ਠੀਕ ਹੈ, ਚਲੋ। ਤੇ ਮਿਲਕ ਆਫ ਮੈਗਨੀਸ਼ੀਆ ਬਣਿਆ ਕਾਹਦਾ ਹੁੰਦਾ ਹੈ? ਮੈਗਨੀਸ਼ੀਅਮ ਹਾਈਡਰੋਕਸਾਈਡ ਦਾ ਬਣਿਆ ਹੁੰਦਾ ਹੈ। ਕਾਹਦਾ ਬਣਿਆ ਹੁੰਦਾ ਹੈ ਬਈ? ਮੈਗਨੀਸ਼ੀਅਮ ਹਾਈਡਰੋਕਸਾਈਡ। ਨੈਕਸਟ ਆਓ ਜੀ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA, ਬਹੁਤ ਟਾਈਮ ਤੋਂ ਨਿਊਜ਼ ਦੇ ਵਿੱਚ ਵੀ ਹੈਗੀ ਹੈ NIA। ਠੀਕ ਹੈ ਨਾ, ਤਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਜਿਹੜੀ ਬਣੀ ਹੈ ਉਹ ਕਿਹੜੇ ਐਕਟ ਦੇ ਅੰਡਰ ਬਣੀ ਹੈ? ਠੀਕ ਹੈ, ਤਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇਹ ਬਣੀ ਸੀਗੀ ਵੀ 2008 ਦੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਕਟ ਦੇ ਤਹਿਤ। ਤੇ ਜਿਹੜੀ ਸੰਸਥਾ ਐਕਟ ਦੇ ਤਹਿਤ ਬਣੀ ਹੁੰਦੀ ਹੈ ਇਹਦਾ ਮਤਲਬ ਉਹਨੂੰ ਪਾਰਲੀਮੈਂਟ ਨੇ ਬਣਾਇਆ। ਠੀਕ ਹੈ ਜੀ, ਯਾਨੀ ਕਿ ਉਹ ਕਿਹੋ ਜੀ ਬੋਡੀ ਹੋਗੀ? ਉਹ ਸਟੈਟਿਊਟਰੀ ਬੋਡੀ ਹੋਗੀ। ਕਿਹੋ ਜੀ ਬੋਡੀ ਹੋਗੀ ਬਈ? ਸਟੈਟਿਊਟਰੀ ਬੋਡੀ ਹੋਗੀ। ਸਮਝਿਓ ਗੱਲ ਨੂੰ, ਕਿਉਂਕਿ ਅਜਿਹੇ ਕੁਐਸਚਨ ਪੁੱਛੇ ਜਾਂਦੇ ਆ ਕਿ ਕਿਹੜੀ ਸੰਵਿਧਾਨਿਕ ਸੰਸਥਾ ਹੈ, ਕਿਹੜੀ ਗੈਰ ਸੰਵਿਧਾਨਿਕ ਹੈ, ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਜਿਨ੍ਹਾਂ ਦਾ ਜ਼ਿਕਰ ਸੰਵਿਧਾਨ ਦੇ ਵਿੱਚ ਆਏਗਾ ਉਹ ਸੰਵਿਧਾਨਿਕ ਸੰਸਥਾ ਹੈਗੀ ਆ, ਉਹਨਾਂ ਦੇ ਆਰਟੀਕਲ ਵੀ ਹੋਣਗੇ। ਜਿਨ੍ਹਾਂ ਦਾ ਜ਼ਿਕਰ ਸੰਵਿਧਾਨ ਦੇ ਵਿੱਚ ਨਹੀਂ ਹੈ ਉਹ ਗੈਰ ਸੰਵਿਧਾਨਿਕ ਹੋਗੀ। ਠੀਕ ਹੈ, ਇਹ ਗੈਰ ਸੰਵਿਧਾਨਿਕ ਹੈ। ਚਲੋ ਨੈਕਸਟ। ਹਾਂਜੀ, ਭਾਰਤੀ ਦੰਡਵਲੀ, ਠੀਕ ਹੈ, ਯਾਨੀ ਇੰਡੀਅਨ ਪੀਨਲ ਕੋਡ ਦੀ ਗੱਲ ਹੋ ਰਹੀ ਹੈ। ਠੀਕ ਹੈ, ਜਿਹਦੇ ਵਿੱਚ ਸਾਰੇ ਜੋ ਵੀ ਕ੍ਰਾਈਮ ਵਗੈਰਾ ਹੁੰਦੇ ਆ, ਠੀਕ ਹੈ, ਉਹਦੇ ਸਜ਼ਾ ਵਗੈਰਾ ਮੈਂਸ਼ਨ ਹੁੰਦੀ ਹੈ, ਸੈਕਸ਼ਨ ਹੁੰਦੇ ਆ ਉਹਦੇ, ਸਾਰਾ ਕੁਝ ਹੈ ਨਾ। ਤਾਂ IPC ਦੇ ਤਹਿਤ IPC ਦੀ ਧਾਰਾਵਾਂ ਦੀ ਕਿਹੜੀ ਧਾਰਾ ਬਲਾਤਕਾਰ ਦੇ ਲਈ ਸਜ਼ਾ ਦਾ ਪ੍ਰਦਾਨ ਹੈ ਜਿਹੜੀ ਉਹ ਕਰਦੀ ਹੈ? ਠੀਕ ਹੈ, ਇੰਡੀਅਨ ਪੀਨਲ ਕੋਡ ਦੀ ਕਿਹੜਾ ਸੈਕਸ਼ਨ ਹੈ? ਇੰਡੀਅਨ ਪੀਨਲ ਕੋਡ ਦਾ ਕਿਹੜਾ ਸੈਕਸ਼ਨ ਹੈ ਜਿਹੜਾ ਰੇਪ ਵਾਸਤੇ ਪੁਨਿਸ਼ਮੈਂਟ ਦਿੰਦਾ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਬਹੁਤ ਕਾਮਨ ਕੁਐਸਚਨ ਹੈ। ਜਿੱਥੇ IPC ਸਬਜੈਕਟ ਦੇ ਵਿੱਚ ਮੈਂਸ਼ਨ ਹੁੰਦੀ ਹੈ ਉੱਥੇ ਅਜਿਹੇ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਆ। ਇਹ ਹੈਗਾ ਜੀ ਸੈਕਸ਼ਨ 376, IPC ਦਾ ਸੈਕਸ਼ਨ 376 ਜਿਹੜਾ ਰੇਪ ਕੇਸ ਦੇ ਵਿੱਚ ਲੱਗਦਾ ਹੈ। ਸੈਕਸ਼ਨ 376 ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ ਹੈ ਭਾਈ।
ਨੈਕਸਟ ਆਓ, ਹੇਠਾਂ ਲਿਖੀ ਰਿਟਾਂ ਵਿੱਚੋਂ ਕਿਹੜੀ ਇੱਕ ਅਦਾਲਤ, ਕਾਰਪੋਰੇਸ਼ਨ ਜਾਂ ਕਿਸੇ ਵਿਅਕਤੀ ਨੂੰ ਆਪਣੀ ਜਨਤਕ ਡਿਊਟੀ ਨਿਭਾਉਣ ਦਾ ਨਿਰਦੇਸ਼ ਦਿੰਦੀ ਹੈ? ਜਿਹੜਾ ਪਬਲਿਕ ਸਰਵੈਂਟ ਹੋ ਗਿਆ, ਜੇ ਆਪਣੀ ਡਿਊਟੀ ਢੰਗ ਨਾਲ ਨਹੀਂ ਕਰ ਰਿਹਾ ਤਾਂ ਕੋਰਟ ਉਹਨੂੰ ਰਿਟ ਜਾਰੀ ਕਰਦੀ ਹੈ ਕਿ ਬਈ ਆਪਣੀ ਡਿਊਟੀ ਢੰਗ ਨਾਲ ਨਿਭਾ ਲੈ। ਠੀਕ ਹੈ, ਉਹ ਰਿਟ ਕਿਹੜੀ ਹੈ? ਉਹ ਰਿਟ ਹੈਗੀ ਹੈ ਮੈਂਡਾਮਸ। ਕਿਹੜੀ ਰਿਟ ਹੈ? ਮੈਂਡਾਮਸ ਉਹ ਰਿਟ ਹੈਗੀ ਹੈ। ਟੋਟਲ 5 ਤਰ੍ਹਾਂ ਦੀ ਰਿਟਾਂ ਹੁੰਦੀਆਂ, ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ। ਇਹ ਰਿਟ ਵਾਲਾ ਸਿਸਟਮ ਆਪਾਂ ਨੇ ਯੂਕੇ ਤੋਂ ਲਿਆ। ਠੀਕ ਹੈ, ਰਿਟ ਸੁਪਰੀਮ ਕੋਰਟ ਜੇ ਜਾਰੀ ਕਰਦੀ ਹੈ ਤਾਂ ਆਰਟੀਕਲ ਉਹਦਾ 32 ਹੁੰਦਾ ਹੈ। ਠੀਕ ਹੈ, ਪਤਾ ਹੈ ਨਾ, 5 ਤਰ੍ਹਾਂ ਦੀ ਰਿਟਾਂ ਹੁੰਦੀਆਂ, ਕੁਆ ਵਾਰੰਟੋ, ਮੈਂਡਾਮਸ, ਪ੍ਰੋਹੀਬਿਸ਼ਨ, ਹੈਬੀਅਸ ਕਾਰਪਸ, ਇੱਕ ਸੈਟਿਓਰੇਰੀ ਵੀ ਹੈਗੀ ਹੈ। ਠੀਕ ਹੈ, 5 ਰਿਟਾਂ ਹੁੰਦੀਆਂ, ਅਲੱਗ-ਅਲੱਗ ਕੇਸ ਦੇ ਵਿੱਚ ਅਲੱਗ-ਅਲੱਗ ਰਿਟ ਜਾਰੀ ਹੁੰਦੀ ਹੈ। ਜ਼ਿਆਦਾ ਡਿਟੇਲ ਦੇ ਲਈ ਪੋਲਿਟੀ ਦੀ ਕਲਾਸਾਂ ਲਗਾਓ ਤੁਸੀਂ, ਫ੍ਰੀ ਆਫ ਕੋਸਟ ਪਈਆਂ YouTube ਦੇ ਉੱਤੇ। ਹਾਂਜੀ, ਇਹਨਾਂ ਵਿੱਚੋਂ ਕਿਸ ਇਕੋਸਿਸਟਮ ਵਿੱਚ ਬਾਇਓਮਾਸ ਦਾ ਉਲਟਾ ਪਿਰਾਮਿਡ ਹੈ? ਠੀਕ ਹੈ, ਇਹ ਇਨਵਾਇਰਨਮੈਂਟ ਤੋਂ ਕੁਐਸਚਨ ਹੈਗਾ ਹੈ ਬਈ, ਕਿੱਥੋਂ? ਇਨਵਾਇਰਨਮੈਂਟ ਤੋਂ। ਠੀਕ ਹੈ, ਤੇ ਜਦੋਂ ਕਦੀ ਇਨਵਾਇਰਨਮੈਂਟ ਪੜਾਂਗੇ ਤੁਹਾਨੂੰ ਇਹ ਸਾਰਾ ਪਿਰਾਮਿਡ ਵਗੈਰਾ, ਇਕੋਸਿਸਟਮ ਵਗੈਰਾ ਸਾਰਾ ਕਰਾਉਂਗਾ। ਠੀਕ ਹੈ, ਫਿਲਹਾਲ ਤੁਸੀਂ ਕੀ ਯਾਦ ਰੱਖਣਾ ਹੈ? ਪੌਂਡ ਇਕੋਸਿਸਟਮ ਬਾਇਓਮਾਸ ਦਾ ਉਲਟਾ ਪਿਰਾਮਿਡ ਹੁੰਦਾ ਹੈ। ਜਿਹੜਾ ਪਿਰਾਮਿਡ ਬਾਇਓਮਾਸ ਦਾ ਬਣਦਾ ਉਸ ਤੋਂ ਬਿਲਕੁਲ ਉਲਟਾ ਹੁੰਦਾ ਹੈ ਪੌਂਡ ਦੇ ਇਕੋਸਿਸਟਮ ਦਾ ਪਿਰਾਮਿਡ। ਠੀਕ ਹੈ, ਬਸ ਫਿਲਹਾਲ ਤੁਸੀਂ ਇੰਨਾ ਯਾਦ ਰੱਖਣਾ ਹੈ। ਨੈਕਸਟ ਆਓ ਬਈ, ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦਾ ਚੇਅਰਮੈਨ ਕੌਣ ਹੈ? ਤੇ ਕੈਬਨਿਟ ਕਮੇਟੀ ਹੁੰਦੀ ਹੈ ਜਿਹੜੀ ਆਰਥਿਕ ਮਾਮਲਿਆਂ ਬਾਰੇ ਬਣਦੀ ਹੈ। ਠੀਕ ਹੈ ਜੀ, ਇਕਨੋਮਿਕ ਅਫੇਅਰਸ ਦੇ ਉੱਤੇ ਕੈਬਨਿਟ ਜਿਹੜੀ ਕਮੇਟੀ ਬਣਦੀ ਹੈ। ਓਕੇ, ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਸ, ਆਰਥਿਕ ਮਾਮਲਿਆਂ ਦੇ ਉੱਤੇ ਕੈਬਨਿਟ ਕਮੇਟੀ ਬਣਦੀ ਹੈ, ਜਿਹੜੀ ਸਰਕਾਰ ਨੂੰ ਨਿਰਦੇਸ਼ ਦਿੰਦੀ ਹੈ। ਸਰਕਾਰ ਨੂੰ ਕੀ ਕਰਦੀ ਹੈ? ਨਿਰਦੇਸ਼ ਦਿੰਦੀ ਹੈ। ਠੀਕ ਹੈ ਜੀ, ਬਸ ਇੰਨਾ ਹੀ ਯਾਦ ਰੱਖਣਾ ਹੈ। ਫਾਈਨੈਂਸ਼ਲੀ ਫੀਲਡ ਦੇ ਵਿੱਚ ਜੋ ਵੀ ਗਵਰਨਮੈਂਟ ਨੂੰ ਨਿਰਦੇਸ਼ ਦਿੰਦੀ ਹੈ, ਇਹੀ ਕਮੇਟੀ ਦਿੰਦੀ ਹੈ। ਠੀਕ ਹੈ, ਇਹਦਾ ਚੇਅਰਮੈਨ ਦੱਸਣਾ ਕੌਣ ਹੁੰਦਾ ਹੈ। ਸਮਝਿਓ ਗੱਲ ਨੂੰ, ਸਰਕਾਰ ਨੂੰ ਆਰਥਿਕ ਮਾਮਲਿਆਂ ਦੇ ਉੱਤੇ ਨਿਰਦੇਸ਼ ਦੇਣ ਵਾਲੀ ਜਿਹੜੀ ਕਮੇਟੀ ਬਣਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਸ। ਠੀਕ ਹੈ, ਉਸ ਕਮੇਟੀ ਦਾ ਚੇਅਰਮੈਨ ਕੌਣ ਹੁੰਦਾ ਹੈ? ਪ੍ਰਾਈਮ ਮਿਨਿਸਟਰ ਹੀ ਹੋਏਗਾ। ਸਮਝਿਓ ਨਾ ਗੱਲ ਨੂੰ। ਨੈਕਸਟ, ਸਾਰੀ ਖਾਲੀ ਅਤੇ ਬੇਕਾਰ ਜ਼ਮੀਨ ਦਾ ਸਰਵ ਵਿਆਪਕ ਲੈਂਡਲੋਰਡ ਆਪਾਂ ਕਿਸ ਨੂੰ ਕਹਾਂਗੇ? ਜਿਹੜੀ ਵੀ ਦੇਸ਼ ਦੇ ਵਿੱਚ ਬੇਕਾਰ ਖਾਲੀ ਜ਼ਮੀਨ ਪਈ ਹੈ ਉਹਦੇ ਸਭ ਦੀ ਮਾਲਕ ਕੌਣ ਹੈ? ਸਭ ਦਾ ਮਾਲਿਕ ਇੱਕ ਹੈ, ਸਭ ਦਾ ਮਾਲਿਕ ਹੈ ਜੀ ਇੱਥੇ ਸਰਕਾਰ। ਓਕੇ, ਗਵਰਨਮੈਂਟ ਇਹਦਾ ਰਾਈਟ ਆਨਸਰ ਆਏਗਾ। ਆਇਆ ਹੋਇਆ ਕੁਐਸਚਨ ਹੈ, ਆਪਣੇ ਵੱਲੋਂ ਨਹੀਂ ਬਣਾਇਆ, ਟੈਨਸ਼ਨ ਨਾ ਲਓ। ਚਲੋ ਅੱਗੇ ਆ ਜਾਓ। ਹਾਂਜੀ, ਭਾਰਤ ਦੇ ਸੰਵਿਧਾਨ ਦੀ ਕਿਹੜੀ ਧਾਰਾ ਔਰਤਾਂ ਲਈ ਸੁਰੱਖਿਆਤਮਕ ਵਿਤਕਰੇ ਦੀ ਵਿਵਸਥਾ ਕਰਦੀ ਹੈ? ਠੀਕ ਹੈ, ਪ੍ਰੋਟੈਕਟਿਵ ਡਿਸਕ੍ਰਿਮੀਨੇਸ਼ਨ ਫॉर ਵੂਮੈਨ। ਇਹ ਕਿਹੜੀ ਧਾਰਾ ਹੈ ਜੀ? ਇਹ ਧਾਰਾ ਹੈਗੀ ਹੈ ਆਰਟੀਕਲ 15 ਦਾ ਕਲੋਜ਼ 3, ਆਰਟੀਕਲ 15(3). ਇੰਪੋਰਟੈਂਟ ਕੁਐਸਚਨ ਹੈ, ਪਹਿਲਾਂ ਆਪਾਂ ਪੋਲਿਟੀ 'ਚ ਨਹੀਂ ਡਿਸਕਸ ਕਰਿਆ, ਇਸ ਨੂੰ ਮਾਰਕ ਕਰ ਲਿਓ। ਠੀਕ ਹੈ, ਆਪਣੇ ਪੋਲਿਟੀ ਦੇ ਨੋਟਸ ਦੇ ਵਿੱਚ ਇਹਨੂੰ ਜ਼ਰੂਰ ਐਡ ਕਰਿਓ। ਹਾਂਜੀ, ਠੀਕ ਹੈ, ਚਲੋ ਫਿਰ ਅਗਲੇ ਕੁਐਸਚਨ ਤੇ ਆਓ। ਸਾਰਸ ਦਾ ਪੂਰਾ ਨਾਮ, SARS, ਇਹਦੀ ਫੁੱਲ ਫਾਰਮ ਜ਼ਰੂਰ ਪੁੱਛਿਆ ਜਾ ਸਕਦਾ ਹੈ ਆਉਣ ਵਾਲੇ ਪੇਪਰਾਂ ਦੇ ਵਿੱਚ। ਠੀਕ ਹੈ, ਕਿਉਂਕਿ ਇਹ ਇੱਕ ਤਰ੍ਹਾਂ ਦੀ ਜਿਹੜੀ ਬਿਮਾਰੀ ਫੈਲਦੀ ਹੈ, ਵਾਇਰਸ ਵਗੈਰਾ ਤੋਂ, ਫਲੂ ਵਗੈਰਾ ਫੈਲਦਾ ਹੈ ਨਾ, ਜਿਵੇਂ ਕਰੋਨਾ ਹੋ ਗਿਆ ਜਾਂ ਹੋਰ ਵੀ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀ ਬਿਮਾਰੀਆਂ ਜਿਹੜੀ ਫੈਲੀਆਂ, ਉਹ ਸਾਰੀ ਸਾਰਸ ਦਾ ਹੀ ਰੂਪ ਹੁੰਦੀ ਹੈ। ਠੀਕ ਹੈ, ਸਾਰਸ ਦੀ ਫੁੱਲ ਫਾਰਮ ਕੀ ਹੋਗੀ? ਸਾਰਸ ਦੀ ਫੁੱਲ ਫਾਰਮ ਹੋਗੀ ਸੇਵੀਅਰ ਐਕਿਊਟ ਰੈਸਪੀਰੇਟਰੀ ਸਿੰਡਰੋਮ। ਠੀਕ ਹੈ, ਇਹ ਯਾਦ ਰੱਖਣਾ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ ਬਾਇਓਲੋਜੀ ਤੋਂ। ਚਲੋ ਨੈਕਸਟ ਆਓ, ਕਿਹੜੀ ਸੰਸਥਾ ਭਾਰਤ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਮਾਨਤਾ ਦਿੰਦੀ ਹੈ? ਜਮੀ ਬੱਚਿਆਂ ਵਾਲਾ ਕੁਐਸਚਨ ਹੈ, ਤੁਹਾਨੂੰ ਪਤਾ ਹੀ ਹੈ ਵੀ ਰਾਜਨੀਤਿਕ ਪਾਰਟੀਆਂ ਨੂੰ ਮਾਨਤਾ ਦੇਣ ਦਾ ਕੰਮ ਹੈਗਾ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ। ਅੰਡਰਸਟੈਂਡ। ਚਲੋ ਅੱਗੇ ਆ ਜਾਓ। ਥੋੜੇ ਟਾਈਮ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੀ ਰਾਜਨੀਤਿਕ ਮਾਨਤਾ ਜਿਹੜੀ ਨੈਸ਼ਨਲ ਲੈਵਲ ਦੇ ਉੱਤੇ ਉਹ ਮਿਲੀ ਹੈ, ਹਨਾ। ਉਹ ਯੰਤਰ ਜੋ ਹਮੇਸ਼ਾ ਇੱਕ ਸਰਕਟ ਵਿੱਚ ਲੜੀ ਵਿੱਚ ਜੁੜਿਆ ਹੁੰਦਾ ਹੈ, ਇੱਕ ਜਿਹੜਾ ਸਰਕਟ ਬਣਿਆ ਹੁੰਦਾ ਹੈ ਘਰਾਂ ਦੇ ਵਿੱਚ ਜਾਂ ਕਿਤੇ ਵੀ ਬਿਜਲੀ ਦਾ ਇੱਕ ਸਰਕਟ ਬਣਿਆ ਹੁੰਦਾ ਹੈ, ਹਨਾ, ਇੱਕ ਉਹਦੇ ਵਿੱਚ ਨਾ ਸੀਰੀਜ਼ ਦੇ ਵਿੱਚ ਇਹਨੂੰ ਆਪਾਂ ਲਗਾਉਂਦੇ ਆ, ਲੜੀ ਦੇ ਵਿੱਚ ਲਗਾਉਂਦੇ ਆ, ਜਿਸ ਰਾਹੀਂ ਆਪਾਂ ਉਸ ਸਰਕਟ ਦੇ ਵਿੱਚ ਜੋ ਵੀ ਕਰੰਟ ਜਾ ਰਿਹਾ ਹੈ ਉਸ ਕਰੰਟ ਨੂੰ ਮਾਪਦੇ ਆ। ਕੁੱਲ ਮਿਲਾ ਕੇ ਗੱਲ ਇਹ ਹੈ, ਬਿਜਲੀ ਦਾ ਕਰੰਟ ਨਾਪਣ ਵਾਸਤੇ ਕਿਹੜਾ ਯੰਤਰ ਯੂਜ਼ ਕਰਿਆ ਜਾਂਦਾ ਹੈ? ਬਿਜਲੀ ਦਾ ਕਰੰਟ ਨਾਪਣ ਵਾਸਤੇ ਜਾਂ ਇਲੈਕਟ੍ਰਿਸਿਟੀ ਕਰੰਟ ਨੂੰ ਨਾਪਣ ਵਾਸਤੇ ਆਪਾਂ ਵਰਤਦੇ ਆ ਐਮੀਟਰ। ਕੀ ਵਰਤਦੇ ਆ? ਕਿੱਥੇ ਗਿਆ ਐਮੀਟਰ? ਇਹ ਹੈਗਾ ਐਮੀਟਰ। ਸੁਪਰ ਇੰਪੋਰਟੈਂਟ ਕੁਐਸਚਨ ਹੈ, ਇੰਸਟਰੂਮੈਂਟ ਦੇ ਉੱਤੇ ਕੁਐਸਚਨ ਆ ਜਾਂਦੇ ਆ, ਕਿਹੜਾ ਇੰਸਟਰੂਮੈਂਟ ਕਿੱਥੇ ਯੂਜ਼ ਹੁੰਦਾ ਹੈ, ਇਹ ਕੁਐਸਚਨ ਬਹੁਤ ਕਾਮਨ ਹੈ, ਆ ਜਾਂਦੇ ਆ ਬਈ। ਓਕੇ, ਐਮੀਟਰ। ਠੀਕ ਹੈ, ਇੱਥੇ ਇੱਕ ਇਹ ਵੀ ਦੇਖ ਲਓ ਐਨੀਮੋਮੀਟਰ। ਐਨੀਮੋਮੀਟਰ ਇਹ ਜਿਹੜਾ ਮੀਟਰ ਹੈ ਬਈ, ਇਹ ਵਿੰਡ ਦੀ ਵੈਲੋਸਿਟੀ ਨੂੰ ਨਾਪਦਾ ਹੈ, ਹਵਾ ਦੀ ਗਤੀ ਨੂੰ।
ਹਵਾ ਦੀ ਗਤੀ ਨੂੰ ਨਾਪਣ ਵਾਸਤੇ ਐਨੀਮੋਮੀਟਰ ਹੈ ਜਿਹੜਾ ਇਹਦਾ ਇਸਤੇਮਾਲ ਕਰਿਆ ਜਾਂਦਾ। ਇਹਨੂੰ ਯਾਦ ਵੀ ਰੱਖ ਸਕਦੇ ਆ, ਹਵਾ ਦੀ ਗਤੀ ਜਦੋਂ ਤੇਜ਼ ਹੋਏਗੀ ਤਾਂ ਅੰਧੀ ਆ ਜਾਂਦੀ ਹੈ, ਅੰਨੀ ਆਉਂਦੀ ਹੈ, ਉਹ ਅਨੀਮੋਮੀਟਰ, ਅੰਨੀ, ਠੀਕ ਹੈ ਨਾ, ਅਨੀਮੋਮੀਟਰ। ਠੀਕ ਹੈ, ਚਲੋ ਅੱਗੇ ਆਓ। ਗੈਰ ਕਾਨੂੰਨੀ ਕਾਰੋਬਾਰ ਤੋਂ ਕਮਾਇਆ ਮੁਨਾਫਾ ਡੈਸ਼ ਹੈ। ਤਾਂ ਗੈਰ ਕਾਨੂੰਨੀ ਕਾਰੋਬਾਰ ਤੋਂ ਜਿਹੜਾ ਮੁਨਾਫਾ ਤੁਸੀਂ ਕਮਾਇਆ ਉਹ ਕੀ ਚੀਜ਼ ਹੈ? ਟ੍ਰੀਟਡ ਐਜ਼ ਅਦਰ ਇਨਕਮ, ਉਹ ਦੂਜੀ ਕਮਾਈ ਹੈ, ਟੈਕਸ ਫਰੀ ਹੈ ਉਹ, ਇਗਨੋਰਡ ਬਾਈ ਟੈਕਸ ਅਥਾਰਟੀ, ਟੈਕਸ ਲੈਣ ਵਾਲੇ ਨੂੰ ਇਗਨੋਰ ਮਾਰ ਦਿੰਦੇ ਆ, ਜਾਂ ਉਹ ਵੀ ਟੈਕਸੇਬਲ ਹੈ? ਤਾਂ ਬਾਈ ਉਹ ਵੀ ਟੈਕਸੇਬਲ ਹੈ, ਜਿੱਦਾਂ ਮਰਜ਼ੀ ਤੁਸੀਂ ਕਮਾਇਆ ਟੈਕਸੇਬਲ ਤਾਂ ਹੈ। ਓਕੇ, ਚਲੋ ਨੈਕਸਟ। ਭਾਰਤ ਲਈ ਸੰਵਿਧਾਨ ਸਭਾ ਦਾ ਵਿਚਾਰ ਪਹਿਲੀ ਵਾਰ ਕਿਸ ਨੇ ਪੇਸ਼ ਕਰਿਆ? ਜਮੀ ਸੌਖਾ ਕੁਐਸਚਨ ਹੈ, MN ਰੋਏ ਦਾ ਆਨਸਰ ਹੈ, ਤੇ ਬੱਚੇ ਨੂੰ ਯਾਦ ਹੈ ਕੁਐਸਚਨ। ਚਲੋ ਅੱਗੇ ਆਓ। ਭਾਰਤੀ ਸੰਵਿਧਾਨ ਅਤੇ ਇਸ ਦੇ ਅਧੀਨ ਬਣਾਏ ਗਏ ਕਾਨੂੰਨਾਂ ਦਾ ਅੰਤਿਮ ਵਿਆਖਿਆਕਾਰ ਕੌਣ ਹੈ? ਤਾਂ ਭਾਰਤ ਸੰਵਿਧਾਨ ਅਤੇ ਇਸ ਦੁਆਰਾ ਜਾਂ ਇਸ ਦੇ ਅੰਦਰ ਅਧੀਨ ਜੋ ਵੀ ਕਾਨੂੰਨ ਬਣਾਏ ਗਏ ਹੈ ਉਹਨਾਂ ਦਾ ਅੰਤਿਮ ਵਿਆਖਿਆਕਾਰ, ਉਹਨਾਂ ਦਾ ਫਾਈਨਲ ਇੰਟਰਪ੍ਰੇਟਰ, ਠੀਕ ਹੈ, ਫਾਈਨਲ ਦੱਸਣ ਵਾਲਾ ਉਹਨੂੰ ਕੌਣ ਹੈ? ਸੁਪਰੀਮ ਕੋਰਟ ਦੱਸੇਗੀ। ਹੋਰ ਕੌਣ ਦੱਸੇਗਾ ਬਾਈ? ਸੁਪਰੀਮ ਕੋਰਟ ਆਫ ਇੰਡੀਆ। ਓਕੇ, ਚਲੋ ਨੈਕਸਟ ਕੁਐਸਚਨ ਤੇ ਆਓ। ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਸਾਰੇ ਨਾਗਰਿਕਾਂ ਲਈ ਪੂਰੇ ਦੇਸ਼ ਵਿੱਚ ਇੱਕ ਸਮਾਨ ਸਿਵਲ ਕੋਡ ਨੂੰ ਸੁਰੱਖਿਅਤ ਕਰਨ ਦਾ ਨਿਰਦੇਸ਼ ਦਿੰਦਾ ਹੈ? ਬਹੁਤ ਹੀ ਇੰਪੋਰਟੈਂਟ, ਬਹੁਤ ਹੀ ਸੌਖਾ ਤੇ ਬਹੁਤ ਹੀ ਰਿਪੀਟੇਬਲ, ਤਿੰਨੇ ਕੁਐਸਚਨ ਹੈ ਨਾ। ਸੌਖਾ ਵੀ ਬਹੁਤ ਹੈ, ਰਿਪੀਟ ਵੀ ਬਹੁਤ ਹੁੰਦਾ ਹੈ, ਤੇ ਇੰਪੋਰਟੈਂਟ ਵੀ ਬਹੁਤ ਹੈ। ਯੂਨੀਫਾਰਮ ਸਿਵਲ ਕੋਡ, ਠੀਕ ਹੈ, ਕਿਉਂਕਿ ਇਹ ਨਿਊਜ਼ ਦੇ ਵਿੱਚ ਰਹਿੰਦਾ ਹੀ ਹੈ ਬਈ। ਯੂਨੀਫਾਰਮ ਸਿਵਲ ਕੋਡ ਜਿਹੜਾ ਹੈ ਇਹਨੂੰ ਬਹੁਤ ਜੇ ਪੋਲੀਟੀਕਲ ਪਾਰਟੀਆਂ, ਬਹੁਤ ਜੇ ਨੇਤਾ ਕਹਿੰਦੇ ਕਿ ਇਸ ਨੂੰ ਜਲਦੀ ਤੋਂ ਜਲਦੀ ਆਪਣੇ ਦੇਸ਼ ਦੇ ਵਿੱਚ ਲਾਗੂ ਕਰੋ, ਕਿਉਂਕਿ ਫਿਲਹਾਲ ਆਪਣੇ ਦੇਸ਼ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਨਹੀਂ ਹੈ। ਅਕੋਰਡਿੰਗ ਟੂ ਕਨਸਟੀਟਿਊਸ਼ਨ ਆਰਟੀਕਲ 44 ਕਹਿੰਦਾ ਹੈ ਕਿ ਦੇਸ਼ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ ਹੈ। ਆਰਟੀਕਲ 44 ਕੀ ਕਹਿੰਦਾ ਹੈ ਕਿ ਦੇਸ਼ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ ਹੈ, ਬਟ ਫਿਲਹਾਲ ਨਹੀਂ ਹੈ। ਜਿਹੜੀ ਰੂਲਿੰਗ ਗਵਰਨਮੈਂਟ ਹੈ, ਬੀਜੇਪੀ ਗਵਰਨਮੈਂਟ, ਉਹਨਾਂ ਦੇ ਜਿਹੜਾ ਏਜੰਡਾ ਹੈ ਉਹਨਾਂ ਦੇ ਵਿੱਚ ਇਹ ਰਹਿੰਦਾ ਹੀ ਹੈ, ਠੀਕ ਹੈ ਨਾ। ਤਾਂ ਇਹ ਨਿਊਜ਼ ਦੇ ਵਿੱਚ ਰਹਿੰਦਾ ਹੈ ਬਈ, ਇਹ ਯਾਦ ਰੱਖਣਾ। ਯੂਨੀਫਾਰਮ ਸਿਵਲ ਕੋਡ ਗੋਆ ਦੇ ਵਿੱਚ ਹੈ, ਠੀਕ ਹੈ। ਯੂਕੇ ਉੱਤਰਾਖੰਡ ਵਾਲੇ ਕਹਿੰਦੇ ਆਪਣੇ ਲਾਗੂ ਕਰਨਾ, ਤੇ ਮੇਬੀ ਇਸ ਮਹੀਨੇ ਉਹ ਲਾਗੂ ਕਰ ਦੇਣਗੇ, ਬਟ ਇਹ ਵੀ ਹਲੇ ਪੂਰੇ ਦੇਸ਼ ਦੇ ਵਿੱਚ ਲਾਗੂ ਨਹੀਂ। ਓਕੇ, ਯਾਦ ਰੱਖਣਾ। ਹਾਂਜੀ, ਭਾਰਤ ਦੇ ਜਨਸੰਖਿਆ ਇਤਿਹਾਸ ਵਿੱਚ ਕਿਸ ਦਹਾਕੇ ਦੌਰਾਨ ਭਾਰਤ ਵਿੱਚ ਆਬਾਦੀ ਦੀ, ਹਾਂਜੀ ਇਹ ਬਹੁਤ ਇੰਪੋਰਟੈਂਟ ਹੈ, ਨਕਾਰਾਤਮਕ ਵਾਧਾ ਦਰ ਹੈ ਜਿਹੜੀ ਦਰਜ ਕਰੀ ਗਈ ਹੈ? ਮਤਲਬ ਨੈਗੇਟਿਵ ਗਰੋਥ ਦੇਖੀ ਹੈ ਆਪਾਂ ਨੇ। ਨੈਗੇਟਿਵ ਹਮੇਸ਼ਾ ਆਪਾਂ ਦੇਖਦੇ ਹਾਂ ਕਿ 10 ਸਾਲ ਬਾਅਦ ਆਬਾਦੀ ਦੀ ਜਨਗਣਨਾ ਹੁੰਦੀ ਹੈ, ਠੀਕ ਹੈ, ਜਨਗਣਨਾ ਹੁੰਦੀ ਹੈ ਤਾਂ ਜਿਹੜੀ ਆਬਾਦੀ ਹੈ ਉਹ बढ़ਦੀ ਹੈ। ਬਟ ਇੱਕ ਦੌਰ ਅਜਿਹਾ ਵੀ ਸੀਗਾ 10 ਸਾਲਾਂ ਦੇ ਵਿੱਚ ਜਿਹੜੀ ਗਰੋਥ ਰੇਟ ਹੈ ਉਹ ਨੈਗੇਟਿਵ ਚੀਜ਼ ਗਈ ਹੈ, ਆਬਾਦੀ ਘਟੀ ਹੈ। ਉਹ ਦੌਰ ਕਿਹੜਾ ਸੀਗਾ? ਉਹ ਦੌਰ ਸੀਗਾ ਬਈ 1911 1921 ਤੱਕ ਦਾ, ਠੀਕ ਹੈ। ਸਮਝਿਓ ਇਸ ਦੌਰ ਦੇ ਵਿੱਚ ਆਬਾਦੀ ਦੀ ਗਰੋਥ ਰੇਟ ਨੈਗੇਟਿਵ ਗਈ ਹੈ। ਅੰਡਰਸਟੈਂਡ, ਠੀਕ ਹੈ। ਅੱਗੇ ਵੀ ਕੁਐਸਚਨ ਆਪਾਂ ਕਰਾਂਗੇ, ਉਸ ਤੋਂ ਪਹਿਲਾਂ ਬੇਸਿਕ ਜੀ ਇਨਫੋਰਮੇਸ਼ਨ ਤੁਹਾਡੇ ਵਾਸਤੇ। ਇੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ, ਜਿਹੜੇ ਵੀ ਨਿਊ ਸਟੂਡੈਂਟ ਹੈਗੇ ਆ। ਓਕੇ, ਐਪ ਡਾਊਨਲੋਡ ਕਰ ਲਓ, ਪਲੇ ਸਟੋਰ ਤੇ ਜਾਓ, ਪ੍ਰਤਾਪ ਅਕੈਡਮੀ ਐਪ ਹੈਗੀ ਹੈ, ਉੱਥੇ ਤੁਹਾਨੂੰ ਡਿਫਰੈਂਟ ਕੋਰਸਿਸ ਮਿਲਣਗੇ। ਕੱਲਾ ਪੋਲਿਟੀ, ਕੱਲਾ GS, ਠੀਕ ਹੈ, ਕੰਪਲੀਟ GS ਪੜ੍ਹਨੀ ਹੈ। ਪੰਜਾਬ ਪੁਲਿਸ ਦਾ ਬੈਚ ਹੈ, ਪਟਵਾਰੀ ਦਾ ਪੇਪਰ ਤੱਕ ਗਿਆ, ਠੀਕ ਹੈ ਜੀ। ਇੱਕ ਹੈਗਾ ਜੀ ਆਪਣਾ ਪ੍ਰਤਾਪੀ ਬੈਚ, ਇਹ ਬੈਚ ਹੈਗਾ ਜੀ SSC CGL ਵਾਸਤੇ, ਠੀਕ ਹੈ। ਬਸ ਇਹਦੇ ਚ ਆਪਾਂ ਨੇ ਸਭ ਕੁਝ ਕਰਾਇਆ ਹੋਇਆ, ਤੁਹਾਨੂੰ ਜੋ ਇਹਦੇ ਚ ਕਰਾਇਆ ਬਸ ਉਹੀ ਕਰਨਾ ਹੈ, ਠੀਕ ਹੈ। ਕੰਪਲੀਟ ਬੈਚ ਹੈ, ਕਿਸੇ ਵੀ ਪੇਪਰ ਦੀ ਤਿਆਰੀ ਕਰਨੀ ਹੈ ਇਹਦੇ ਚ ਹੋ ਜਾਏਗੀ। ਓਕੇ, ਓਨਲੀ ਮੈਥ ਦਾ ਬੈਚ ਹੈਗਾ ਜੀ, ਕੰਪਲੀਟ ਮੈਥ ਐਂਡ ਰੀਜ਼ਨਿੰਗ ਤੁਹਾਨੂੰ ਇਸੇ ਬੈਚ ਦੇ ਵਿੱਚ ਮਿਲ ਜੇਗੀ। ਬਸ ਇਹ ਕੱਲਾ ਇਹੀ ਬੈਚ ਲੈਣਾ ਤੁਸੀਂ ਮੈਥ ਦਾ। ਹੋਰ ਕੋਈ ਬੁੱਕ ਕੁਝ ਵੀ ਫੋਲੋ ਕਰਨ ਦੀ ਲੋੜ ਨਹੀਂ, ਕਿਸੇ ਵੀ ਸੋਰਸ ਤੋਂ ਪੜ੍ਹਨ ਦੀ ਲੋੜ ਨਹੀਂ, ਜੇ ਇਸ ਤੋਂ ਸਿਰਫ ਤੁਸੀਂ ਮੈਥ ਕਰਿਆ, ਠੀਕ ਹੈ। ਬਿਲਕੁਲ ਬੇਸਿਕ ਲੈਵਲ ਤੋਂ, ਬਿਲਕੁਲ ਬੇਸਿਕ ਲੈਵਲ ਤੋਂ ਹਾਈ ਲੈਵਲ ਤੱਕ ਬਿਲਕੁਲ ਟੈਨਸ਼ਨ ਫਰੀ ਹੋ ਜਾਓ, ਠੀਕ ਹੈ। ਪੰਜਾਬ ਦੇ ਕਿਸੇ ਵੀ ਪੇਪਰ ਵਾਸਤੇ, ਸੈਂਟਰ ਦੇ ਕਿਸੇ ਵੀ ਪੇਪਰ ਵਾਸਤੇ ਇਹਨਾਂ ਤੋਂ ਵਧੀਆ ਮੈਥ ਤੁਹਾਨੂੰ ਕੋਈ ਪ੍ਰੋਵਾਈਡ ਨਹੀਂ ਕਰਾ ਸਕਦਾ, ਠੀਕ ਹੈ। ਬਾਕੀ ਬਈ ਸਿੰਪਲ ਜੀ ਗੱਲ ਹੈ, ਇਸ ਬੈਚ ਦੀ ਜਿੰਨੀ ਵੀ ਫੀਸ ਹੈ ਉਹਦੇ ਤੇ ਤੁਹਾਨੂੰ 30% ਦਾ ਆਫ ਮਿਲ ਜਾਏਗਾ। ਬਸ ਇੱਕ ਕੂਪਨ ਯੂਜ਼ ਕਰ ਲਿਓ, ਮੇਰੇ ਨਾਂ ਤੋਂ ਲਿਓ, ਚੱਕੋ ASR 30 ਇਹ ਕੂਪਨ ਯੂਜ਼ ਕਰੋਗੇ 30% ਆਫ ਤੁਹਾਨੂੰ ਮੈਥ ਤੇ ਮਿਲ ਜਾਏਗਾ, ਠੀਕ ਹੈ। ਇਹ ਕੋਰਸ ਤੁਹਾਨੂੰ 6 ਮਹੀਨਿਆਂ ਵਾਸਤੇ ਮੇਬੀ 1000 ਰੁਪਏ ਦੇ ਨੇੜੇ ਤੇੜੇ ਪੈ ਜਾਂਦਾ ਹੈ। ਸਾਰੀ PDF, ਪ੍ਰਿੰਟੇਬਲ ਨੋਟਸ ਵਗੈਰਾ ਜੋ ਵੀ ਹੈ ਸਭ ਇਹਦੇ 'ਚ, ਠੀਕ ਹੈ। ਚਲੋ ਫਿਰ ਅੱਗੇ ਆਓ ਭਾਈ। ਹਾਂਜੀ, ਬੁੱਧ ਦੇ ਜੀਵਨ ਦੀ ਕਿਹੜੀ ਘਟਨਾ ਧਰਮ ਚੱਕਰ ਪਰਿਵਰਤਨ ਸ਼ਬਦ ਦੁਆਰਾ ਦਰਸਾਈ ਗਈ ਹੈ? ਧਰਮ ਚੱਕਰ ਪਰਿਵਰਤਨ,
ਇਹ ਕਿਹੜੀ ਘਟਨਾ ਹੈ ਬਈ? ਦੇਖੋ ਗੌਤਮ ਬੁੱਧ ਦੇ ਜੀਵਨ ਦੇ ਨਾਲ ਸੰਬੰਧਿਤ ਜਿੰਨੀ ਵੀ ਘਟਨਾਵਾਂ ਹੈਗੀਆਂ ਉਹਨਾਂ ਸਭ ਦੇ ਕੁਛ ਨਾ ਕੁਛ ਨਾਮ ਹੈ, ਠੀਕ ਹੈ। ਤਾਂ ਧਰਮ ਚੱਕਰ ਪਰਿਵਰਤਨ ਇਹ ਕਿਹੜੀ ਘਟਨਾ ਹੈ? ਇਹ ਹੈਗਾ ਜੀ ਗੌਤਮ ਬੁੱਧ ਨੇ ਜਦੋਂ ਉਪਦੇਸ਼ ਦਿਆ ਪਹਿਲੀ ਵਾਰ, ਉਸ ਨੂੰ ਕਿਹਾ ਜਾਂਦਾ ਹੈ ਧਰਮ ਚੱਕਰ ਪਰਿਵਰਤਨ। ਜਦੋਂ ਗੌਤਮ ਬੁੱਧ ਨੇ ਪਹਿਲੀ ਵਾਰ ਕੋਈ ਉਪਦੇਸ਼ ਦਿਆ ਸੀਗਾ, ਠੀਕ ਹੈ। ਤਾਂ ਧਰਮ ਚੱਕਰ ਪਰਿਵਰਤਨ ਯਾਨੀ ਪਹਿਲਾ ਉਪਦੇਸ਼ ਯਾਨੀ ਫਸਟ ਸਰਮਨ, ਠੀਕ ਹੈ, ਪਹਿਲਾ ਉਪਦੇਸ਼। ਬਾਕੀ ਜਿਵੇਂ ਕਿ ਗਿਆਨ ਦੀ ਪ੍ਰਾਪਤੀ, ਉਹਨੂੰ ਆਪਾਂ ਨਿਰਵਾਣ ਬੋਲ ਦਿੰਦੇ ਆ। ਡੈਥ ਹੋਣਾ, ਮਹਾਨ ਪਰਿਨਿਰਵਾਣ ਹੋ ਗਿਆ ਉਹ, ਠੀਕ ਹੈ। ਜੋਤੀ ਜੋਤ ਸਮਾਣਾ, ਠੀਕ ਹੈ ਜੀ, ਉਹਨੂੰ ਕਹਿੰਦੇ ਆਪਾਂ ਮਹਾਪਰਿਨਿਰਵਾਣ, ਠੀਕ ਹੈ। ਗਿਆਨ ਦੀ ਪ੍ਰਾਪਤੀ ਹੋ ਗਈ ਨਿਰਵਾਣ। ਗਿਆਨ ਦੀ ਤਲਾਸ਼ ਦੇ ਵਿੱਚ ਜਦੋਂ ਉਹ ਇਧਰ ਉਧਰ ਭਟਕੇ ਹੈ, ਘਰ-ਬਾਰ ਉਹਨੇ ਛੱਡਤਾ, ਉਹਨੂੰ ਆਪਾਂ ਬੋਲਦੇ ਆ ਮਹਾਭਿਨਿਸ਼ਕਰਮਣ। ਕੀ ਬੋਲਦੇ ਆ? ਮਹਾਭਿਨਿਸ਼ਕਰਮਣ। ਸਮਝਿਓ ਗੱਲ ਨੂੰ, ਮਹਾਭਿਨਿਸ਼ਕਰਮਣ ਹੋ ਗਿਆ ਘਰ ਤਿਆਗਣਾ, ਗਿਆਨ ਦੀ ਤਲਾਸ਼ ਦੇ ਵਿੱਚ ਇਧਰ ਉਧਰ ਭਟਕਣਾ। ਫਿਰ ਗਿਆਨ ਦੀ ਪ੍ਰਾਪਤੀ ਹੋ ਗਈ, ਉਹ ਨਿਰਵਾਣ ਹੋ ਗਿਆ ਜੀ, ਠੀਕ ਹੈ। ਫਿਰ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਉਹਨਾਂ ਨੇ ਗਿਆਨ ਨੂੰ ਵੰਡਣਾ ਸ਼ੁਰੂ ਕਰਿਆ, ਪਹਿਲਾ ਉਪਦੇਸ਼ ਦਿਆ, ਉਹ ਹੋ ਗਿਆ ਧਰਮ ਚੱਕਰ ਪਰਿਵਰਤਨ, ਠੀਕ ਹੈ। ਫਿਰ ਉਹਨਾਂ ਨੇ ਮਤਲਬ ਗਿਆਨ ਵੰਡਦੇ ਰਹੇ, ਐਂਡ ਦੇ ਵਿੱਚ ਜਦੋਂ ਉਹ ਜੋਤੀ ਜੋਤ ਸਮਾਏ ਹੈ ਹਨਾ, ਉਹਨੂੰ ਆਪਾਂ ਬੋਲਦੇ ਆ ਮਹਾਪਰਿਨਿਰਵਾਣ, ਠੀਕ ਹੈ। ਬਾਕੀ ਗੌਤਮ ਬੁੱਧ ਬਾਰੇ ਮੈਂ ਸਾਰਾ ਪੂਰਾ ਇੱਕ ਲੈਕਚਰ ਲਾਇਆ ਹੋਇਆ YouTube ਦੇ ਉੱਤੇ ਪਿਆ, ਗੌਤਮ ਬੁੱਧ ਬਾਰੇ ਉਹ ਲੈਕਚਰ ਲਗਾ ਲਿਓ ਸਾਰਾ, ਮਤਲਬ ਉਹਨਾਂ ਦੀ ਪੂਰੀ ਹਿਸਟਰੀ ਜਾਂ ਜੋ ਵੀ MCQ ਵਗੈਰਾ ਪੁੱਛੇ ਜਾਂਦੇ ਮੈਂ ਤੁਹਾਨੂੰ ਸਾਰੇ ਉੱਥੇ ਕਰਾਏ ਆ, ਬੜੇ ਵਧੀਆ ਤਰੀਕੇ ਨਾਲ ਦੇਖ ਲਿਓ, ਠੀਕ ਹੈ। ਹਾਂਜੀ, ਹੇਠਾਂ ਦਿੱਤੇ ਵਿਸ਼ਿਆਂ ਵਿੱਚੋਂ ਕਿਸ ਵਿੱਚ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ? ਠੀਕ ਹੈ ਜੀ, ਇਹ 4 ਵਿਸ਼ੇ ਲਿਖੇ ਹੋਏ ਆ ਭਾਈ, 4 ਵਿਸ਼ੇ ਲਿਖੇ ਹੋਏ ਆ। ਇਹਨਾਂ ਦੇ 4ਾਂ ਵਿੱਚੋਂ ਕਿਹੜੇ ਵਿਸ਼ੇ ਦੇ ਉੱਤੇ ਸੰਸਦ ਵੀ ਕਾਨੂੰਨ ਬਣਾ ਸਕਦੀ ਹੈ ਤੇ ਰਾਜ ਵੀ ਕਾਨੂੰਨ ਬਣਾ ਸਕਦੇ ਆ? ਤਾਂ ਉਹ ਹੈਗਾ ਆ ਕ੍ਰਿਮੀਨਲ ਲਾ। ਉਹ ਕਿਹੜਾ ਹੈ ਜੀ? ਕ੍ਰਿਮੀਨਲ ਲਾ ਹੈਗਾ ਆ। ਕ੍ਰਾਈਮ ਦੇ ਸੰਬੰਧ ਵਿੱਚ ਕੁਝ ਕਾਨੂੰਨ ਬਣਾਉਣੇ ਆ ਤਾਂ ਸੈਂਟਰ ਵੀ ਬਣਾ ਸਕਦੀ ਹੈ, ਸਟੇਟਾਂ ਵੀ ਬਣਾ ਸਕਦੀ। ਰਹੀ ਗੱਲ ਐਗਰੀਕਲਚਰ ਦੀ, ਓਨਲੀ ਸਟੇਟ। ਰਹੀ ਗੱਲ ਐਟੋਮਿਕ ਐਨਰਜੀ ਦੀ, ਓਨਲੀ ਸੈਂਟਰ ਯਾਨੀ ਯੂਨੀਅਨ, ਠੀਕ ਹੈ। ਚਲੋ ਅੱਗੇ ਆਓ। ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਪ੍ਰਦਾਨ ਕਰਦਾ ਹੈ ਕਿ ਧਰਮ, ਨਸਲ, ਜਾਤ, ਲਿੰਗ ਦੇ ਆਧਾਰ ਤੇ ਕੋਈ ਵੀ ਵਿਅਕਤੀ ਵੋਟਰ ਸੂਚੀ ਵਿੱਚ ਸ਼ਾਮਿਲ ਹੋਣ? ਸਿੰਪਲ ਹੈ ਬਾਈ, ਕਿੰਨੀ ਵਾਰ ਕਰੋਗੇ ਇਸ ਆਰਟੀਕਲ ਨੂੰ? ਆਰਟੀਕਲ 325 ਹੈ, ਆਰਟੀਕਲ 325 ਪੋਲਿਟੀ ਦੇ ਵਿੱਚ ਕਰਕੇ ਆਏ ਆ ਇਸ ਕੁਐਸਚਨ ਨੂੰ, ਬਿਲਕੁਲ ਹਨਾ। ਉਹ ਮਤਦਾਤਾ ਸੂਚੀ ਦੇ ਵਿੱਚ ਜਾਤ ਆਧਾਰ, ਜਾਤ ਨੂੰ ਆਧਾਰ ਬਣਾ ਕੇ, ਧਰਮ ਨੂੰ ਆਧਾਰ ਬਣਾ ਕੇ ਕਿਸੇ ਵੀ ਵਿਅਕਤੀ ਨੂੰ ਹਨਾ ਇਹ ਵੋਟਾਂ ਵਗੈਰਾ ਤੋਂ ਨਹੀਂ ਰੋਕ ਸਕਦੇ। ਉਹ ਸਾਰਾ ਕੁਝ ਆਪਾਂ ਪੜ੍ਹ ਕੇ ਆਏ ਆ ਬਾਈ, ਠੀਕ ਹੈ। 324 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ। 325 ਇਹ ਵਾਲਾ ਆਰਟੀਕਲ ਹੋ ਗਿਆ, ਬਿਲਕੁਲ ਯਾਰ ਸੌਖੇ ਸੌਖੇ ਕੁਐਸਚਨ ਆ ਗਏ ਹੁਣ। ਚਲੋ ਇਹ ਵਧੀਆ ਕੁਐਸਚਨ ਹੈ, ਠੀਕ ਹੈ, ਮਾਰਕ ਕਰ ਲਓ ਇਹਨੂੰ। ਨਵਾਂ ਜਿਹਾ ਕੁਐਸਚਨ ਹੈ, CGL ਨੇ ਪੁੱਛਿਆ ਸੀਗਾ ਲਾਸਟ ਈਅਰ, CGL ਨੇ। ਹਾਂ, ਨੈਕਸਟ, ਭਾਰਤ ਦੇ ਕਿਸ ਸਾਬਕਾ ਚੀਫ ਜਸਟਿਸ ਨੇ ਇਹ ਟਿੱਪਣੀ ਕੀਤੀ ਸੀ, ਜੇ ਸਾਰੇ ਨਿਰਦੇਸ਼ਕ ਸਿਧਾਂਤ ਚੰਗੀ ਤਰ੍ਹਾਂ ਅਤੇ ਪੂਰੀ ਤਰ੍ਹਾਂ ਲਾਗੂ ਕੀਤੇ ਜਾਣ ਤਾਂ ਕਿ ਸਾਡੇ ਦੇਸ਼ ਨੂੰ ਸੱਚਮੁੱਚ ਧਰਤੀ ਤੇ ਸਵਰਗ ਬਣਾਇਆ ਜਾ ਸਕਦਾ ਹੈ, ਠੀਕ ਹੈ ਨਾ। ਤਾਂ ਇਹ ਕਿਹੜੇ ਚੀਫ ਜਸਟਿਸ ਨੇ ਪੁੱਛਿਆ ਸੀ ਕਿ ਜੇ ਸਾਰੇ ਨੀਤੀ ਨਿਰਦੇਸ਼ਕ ਸਿਧਾਂਤ ਜਿਹੜੇ ਵੀ ਹੈਗੇ ਆ DPSP, ਤੁਹਾਨੂੰ ਪਤਾ ਨਾ ਸੰਵਿਧਾਨ ਦੇ ਭਾਗ 4 ਦੇ ਵਿੱਚ ਹੈਗੇ ਆ ਜੀ ਨੀਤੀ ਨਿਰਦੇਸ਼ਕ ਸਿਧਾਂਤ ਯਾਨੀ DPSP, ਯਾਨੀ ਕਿ ਇੱਕ ਸਰਕਾਰ ਨੇ ਕੀ ਕੀ ਕੰਮ ਕਰਨੇ ਹੁੰਦੇ ਆ, ਠੀਕ ਹੈ। ਇੱਕ ਚੰਗਾ ਸਟੇਟ ਬਣਾਉਣ ਵਾਸਤੇ, ਵੈਲਫੇਅਰ ਸਟੇਟ ਬਣਾਉਣ ਵਾਸਤੇ ਸਰਕਾਰ ਦੇ ਕੀ ਕੰਮ ਹੈਗੇ ਆ, ਇਹ DPSP ਦੇ ਵਿੱਚ ਲਿਖੇ ਆ, ਜਿਹੜੇ ਆਪਾਂ ਨੇ ਆਇਰਲੈਂਡ ਤੋਂ ਲਏ ਆ। ਤਾਂ ਚੀਫ ਜਸਟਿਸ ਨੇ ਪੁੱਛਿਆ ਕਿ ਜੇ ਇਹ ਪੂਰੀ ਤਰ੍ਹਾਂ ਲਾਗੂ ਹੋ ਜਾਣ, ਕਿਆ ਆਪਣਾ ਜਿਹੜਾ ਦੇਸ਼ ਹੈ ਧਰਤੀ ਦੇ ਉੱਤੇ ਸਵਰਗ ਬਣ ਜਾਏਗਾ? ਇਹ ਗੱਲ ਹੈ MC ਚਾਗਲਾ ਦੀ, ਠੀਕ ਹੈ। ਇਹ ਸਟੇਟਮੈਂਟ ਕਿਹਨਾਂ ਦੀ ਹੈ? MC ਚਾਗਲਾ ਦੀ ਸਟੇਟਮੈਂਟ ਹੈਗੀ ਹੈ। ਚਲੋ ਅੱਗੇ ਆਓ। ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ ਦੇ ਕਬਾਇਲੀ ਖੇਤਰਾਂ ਦੇ ਪ੍ਰਸ਼ਾਸਨ ਲਈ ਪ੍ਰਦਾਨ ਕਰਦੀ ਹੈ? ਕਬਾਇਲੀ ਖੇਤਰ ਮਤਲਬ ਆਦੀਵਾਸੀ ਏਰੀਆ, ਸ਼ਡਿਊਲਡ ਏਰੀਆ ਦੀ ਗੱਲ ਹੈ। ਕਿਹਨਾਂ ਦੀ? 4 ਰਾਜਾਂ ਦੇ, ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ। ਆ ਗਿਆ ਯਾਦ? ਕਿਹੜੀ ਅਨੁਸੂਚੀ ਹੈ ਭਾਈ? 6ਵੀਂ ਅਨੁਸੂਚੀ ਦੀ ਗੱਲ ਹੋ ਰਹੀ ਹੈ। ਕਿਹੜੀ? 6ਵੀਂ ਅਨੁਸੂਚੀ। ਅੰਡਰਸਟੈਂਡ ਬਈ, 6ਵੀਂ ਅਨੁਸੂਚੀ। ਸਾਰਾ ਕਰਿਆ ਹੋਇਆ ਨਾ ਆਪਾਂ ਪੋਲਿਟੀ ਤੋਂ ਪਹਿਲਾਂ, ਬਸ ਠੀਕ ਹੈ। ਚਲੋ ਫਿਰ ਅੱਗੇ ਆ ਜਾਓ। ਲਿਓ, ਇਹ ਵੀ ਪੋਲਿਟੀ ਦਾ ਹੀ ਕੁਐਸਚਨ। ਪੰਚਾਇਤ ਐਕਸਟੈਂਸ਼ਨ ਟੂ ਸ਼ਡਿਊਲਡ ਏਰੀਆਜ਼, ਠੀਕ ਹੈ। ਇਹ ਐਕਟ ਆਇਆ ਸੀਗਾ 1996 ਦੇ ਵਿੱਚ। ਪੰਚਾਇਤ ਐਕਸਟੈਂਸ਼ਨ ਟੂ ਸ਼ਡਿਊਲਡ ਏਰੀਆ ਐਕਟ 1996 ਚ ਆਇਆ। ਤੇ ਇਹ ਕਿਹੜੀ ਕਮੇਟੀ, ਠੀਕ ਹੈ, ਕਿਹੜੀ ਕਮੇਟੀ ਦੇ ਆਧਾਰ ਤੇ ਇਸ ਨੂੰ ਲਾਗੂ ਕਰਿਆ ਗਿਆ? ਦੱਸੋ ਬਈ। ਤਾਂ ਇਹਦਾ ਆਨਸਰ ਹੈਗਾ ਭੂਰੀਆ ਕਮੇਟੀ।
ਕਿਹੜੀ ਕਮੇਟੀ ਹੈ? ਭੂਰੀਆ ਕਮੇਟੀ। ਤੇ ਕਈ ਵਾਰ ਇਸ ਨੂੰ ਇਦਾਂ ਵੀ ਪੁੱਛ ਲੈਂਦੇ ਆ ਕਿ ਭੂਰੀਆ ਕਮੇਟੀ ਦਾ ਸੰਬੰਧ ਕਿਹਦੇ ਨਾਲ ਹੈ? ਤਾਂ ਭੂਰੀਆ ਕਮੇਟੀ ਦਾ ਸੰਬੰਧ ਹੈਗਾ ਵੀ ਸ਼ਡਿਊਲਡ ਏਰੀਆ ਦੇ ਨਾਲ। ਠੀਕ ਹੈ, ਕਿਹਦੇ ਨਾਲ ਹੈ? ਸ਼ਡਿਊਲਡ ਏਰੀਆ ਦੇ ਨਾਲ ਹੈ, ਯਾਦ ਰੱਖਣਾ ਹੈ। ਠੀਕ ਹੈ, ਸ਼ਡਿਊਲਡ ਏਰੀਆ ਮਤਲਬ ਆਦੀਵਾਸੀ ਏਰੀਆ ਦੇ ਨਾਲ ਹੈ, ਆਦੀਵਾਸੀ ਇਲਾਕਿਆਂ ਦੇ ਨਾਲ ਹੈਗਾ ਭੂਰੀਆ ਕਮੇਟੀ ਦਾ ਸੰਬੰਧ। ਪੂਰਾ ਨਾਮ ਇਹਦਾ ਸੀਗਾ ਦਲੀਪ ਸਿੰਘ ਭੂਰੀਆ। ਠੀਕ ਹੈ, ਚਲੋ ਫਿਰ ਲਾਸਟ ਕੁਐਸਚਨ ਹੈ ਤੇ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿੰਨੇ ਮਾਰਕਸ ਬਣਦੇ ਆ 30 ਦੇ ਵਿੱਚੋਂ, ਤੇ ਵੀਡੀਓ ਕਿਹੋ ਜੀ ਲੱਗ ਰਹੀ ਹੈ। ਆਪਣੇ ਯਾਰ ਮਿੱਤਰਾਂ ਦੇ ਨਾਲ ਸ਼ੇਅਰ ਵੀ ਕਰਨੀ ਹੈ, ਤੁਸੀਂ ਸ਼ੇਅਰ ਨਹੀਂ ਕਰਦੇ ਵੀਡੀਓ ਫਰੈਂਡਸ ਦੇ ਨਾਲ। ਠੀਕ ਹੈ, ਨਾ ਤੁਸੀਂ ਚੈਨਲ ਸਬਸਕ੍ਰਾਈਬ ਕਰਦੇ ਹੋ। ਹਾਂਜੀ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਅਫਸਪਾ ਦਾ ਪੂਰਾ ਰੂਪ ਹੈ? ਠੀਕ ਹੈ, ਜਿਹੜਾ ਕਿ ਭਾਰਤੀ ਸੰਸਦ ਦਾ ਐਕਟ ਹੈ। ਤਾਂ ਅਫਸਪਾ ਦਾ ਪੂਰਾ ਰੂਪ ਕੀ ਹੈ ਬਈ? ਇੰਡੀਅਨ ਪਾਰਲੀਮੈਂਟ ਨੇ ਇੱਕ ਐਕਟ ਪਾਸ ਕਰਿਆ ਹੋਇਆ ਅਫਸਪਾ। ਇਹਦਾ ਪੂਰਾ ਮਤਲਬ ਕੀ ਹੈ? ਇਹਦਾ ਮਤਲਬ ਹੈ ਵੀ ਦਾ ਆਰਮਡ ਫੋਰਸ ਸਪੈਸ਼ਲ ਪਾਵਰ ਐਕਟ। ਜਿਹੜੀ ਆਪਣੀ ਆਰਮਡ ਫੋਰਸਿਸ ਹੈਗੀ ਹੈ ਉਹਨਾਂ ਨੂੰ ਕੁਝ ਸਪੈਸ਼ਲ ਪਾਵਰ ਦੀ ਗਈ ਹੈ। ਠੀਕ ਹੈ, ਇਹ ਐਕਟ ਆਇਆ ਸੀਗਾ 1958। ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ 1958। ਬਹੁਤ ਜੀ ਸਪੈਸ਼ਲ ਪਾਵਰ ਹੈਗੀ ਹੈ ਤੇ ਕਈ ਸਟੇਟਾਂ ਦੇ ਵਿੱਚ ਅਫਸਪਾ ਲਾਗੂ ਵੀ ਕਰਦੇ ਆ। ਜੰਮੂ ਕਸ਼ਮੀਰ 'ਚ ਬਹੁਤ ਟਾਈਮ ਅਫਸਪਾ ਲਾਗੂ ਰਿਹਾ। ਮਣੀਪੁਰ, ਨਾਗਾਲੈਂਡ, ਜਿੱਥੇ ਵੀ ਥੋੜੇ ਜਿਹੇ ਹਾਲਾਤ ਖਰਾਬ ਹੁੰਦੇ ਆ, ਹਾਲਾਤਾਂ ਨੂੰ ਕੰਟਰੋਲ ਕਰਨ ਵਾਸਤੇ ਆਰਮਡ ਫੋਰਸਿਸ ਨੂੰ ਸਪੈਸ਼ਲ ਪਾਵਰ ਦੀ ਜਾਂਦੀ ਹੈ, ਉੱਥੇ ਆਪਾਂ ਅਫਸਪਾ ਜਿਹੜਾ ਉਹ ਲਾਗੂ ਕਰ ਦਿੰਦੇ ਆ। ਠੀਕ ਹੈ, ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਅਫਸਪਾ ਵੀ ਨਿਊਜ਼ 'ਚ ਰਹਿ ਜਾਂਦਾ ਹੈ। ਠੀਕ ਹੈ, ਤਾਂ ਇਹ ਆਪਣੇ 30 ਕੁਐਸਚਨ ਹੋ ਗਏ ਬਈ। ਬਾਕੀ ਇਹ ਆਪਣੀ ਐਪ ਹੈ, ਐਪ ਜਰੂਰ ਡਾਊਨਲੋਡ ਕਰੋ। ਓਕੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਪ੍ਰਤਾਪ ਅਕੈਡਮੀ ਦਾ ਟੈਲੀਗ੍ਰਾਮ ਚੈਨਲ ਹੈ, ਇੱਥੇ ਜੁੜ ਜਾਓ। ਇਹ 2 ਨੰਬਰ ਹੈਗੇ ਆ। ਠੀਕ ਹੈ, ਕੋਈ ਕੋਰਸ ਵਗੈਰਾ ਕੁਝ ਵੀ ਇਸ਼ੂ ਹੈ ਤਾਂ ਇੱਥੇ ਕਾਲ ਕਰ ਸਕਦੇ ਹੋ। ਜੇ ਆਈਫੋਨ ਯੂਜ਼ ਕਰਦੇ ਹੋ ਤਾਂ ਇਹ ਵਾਲੀ ਐਪ ਡਾਊਨਲੋਡ ਕਰ ਲਓ, ਮਾਈ ਇੰਸਟੀਟਿਊਟ। ਠੀਕ ਹੈ ਬਈ, ਓਕੇ। ਮੇਰੇ ਨਾਲ ਇੱਥੇ ਜੁੜ ਸਕਦੇ ਹੋ। ਇਹ ਮੇਰਾ ਇੰਸਟਾਗ੍ਰਾਮ ਅਕਾਊਂਟ ਹੈ ਬਈ, ਅੰਕਿਤ ਸਿੰਘ ਰਾਣਾ ਦੇ ਨਾਂ ਤੋਂ, ਤੇ ਇਹ ਟੈਲੀਗ੍ਰਾਮ ਚੈਨਲ ਹੈ, ਇੱਥੇ ਮੇਰੇ ਨਾਲ ਕਨੈਕਟ ਹੋ ਸਕਦੇ ਹੋ। ਠੀਕ ਹੈ, ਬਸ ਹੁਣ ਆਪਣੀ ਇੱਕ ਕਲਾਸ ਪੈਂਡਿੰਗ ਹੈ। ਠੀਕ ਹੈ, ਉਸ ਤੋਂ ਬਾਅਦ ਆਪਣਾ ਇਹ ਪ੍ਰਤਾਪੀ ਸੀਰੀਜ਼ ਕੰਪਲੀਟ ਹੋ ਜਾਏਗੀ ਬਾਈ। ਠੀਕ ਹੈ, ਤੇ ਇਹਨਾਂ ਕੁਐਸਚਨਾਂ ਨੂੰ, ਜਿੰਨੇ ਵੀ ਕੁਐਸਚਨ ਹੋਏ ਆ ਸਾਰਿਆਂ ਨੂੰ ਚੰਗੀ ਤਰ੍ਹਾਂ ਯਾਦ ਰੱਖਣਾ ਹੈ। ਇਹ ਤੁਹਾਨੂੰ ਜਿੰਨੇ ਵੀ ਅੱਗੇ ਮਤਲਬ ਜਿੰਨੇ ਵੀ ਪੇਪਰ ਆਣੇ ਆ ਨਾ, ਸਾਰਿਆਂ ਵਾਸਤੇ ਵਧੀਆ ਹੈ। ਠੀਕ ਹੈ, ਮਿਕਸ ਕੁਐਸਚਨ ਹੈ, ਤੁਹਾਨੂੰ ਆਪਣੀ ਤਿਆਰੀ ਦਾ ਲੈਵਲ ਵੀ ਪਤਾ ਲੱਗਦਾ ਹੈ। ਸੈੱਟ ਪੂਰੇ ਦੇ ਪੂਰੇ 30 ਕੁਐਸਚਨਾਂ ਦਾ ਸੈੱਟ ਹੈ। ਠੀਕ ਹੈ ਨਾ, ਤਾਂ 31 ਸੈੱਟ ਹੋ ਗਏ ਇੱਕ ਤਰ੍ਹਾਂ ਨਾਲ। ਓਕੇ, ਠੀਕ ਹੈ ਜੀ। ਫਿਰ ਬਾਕੀ ਇਹ ਕੋਰਸ ਹੈਗੇ ਆਪਣੇ, ਮਿਲਦੇ ਆ ਤੁਹਾਨੂੰ ਨੈਕਸਟ ਕਲਾਸ ਦੇ ਵਿੱਚ।